गुरु साहिबान ने सिखां नूं सिक्खी बख्शी, सिक्खी ने सिखां नूं सरदारी बख्शी। ये सरदारी एक मान ते आधारत नहीं, इसदा आधार है सुच्ची रहनी बहनी ते करनी, वाहिगुरु ते भरोसा, उच्ची हिम्मत, नाम दा अभ्यास, कीर्तन दा उचार, सत्संग ते गुरु नाल प्यार। ਇਹ ਉੱਚਾ ਤੇ ਸੁੱਚਾ ਜੀਵਨ ਜਿਉਣ ਦੀ ਜਾਂਚ ਦਸਾਂ ਸਤਿਗੁਰਾਂ ਨੇ ਜਗਤ ਨੂੰ ਸਿਖਾਈ ਤੇ ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚੇ, ਸ੍ਰੀ ਦਰਬਾਰ ਸਾਹਿਬ ਜੀ ਦੀ ਸਥਾਪਨਾ ਕੀਤੀ। ਪਰ ਸਮੇਂ ਦਾ ਫੇਰ ਆਖੋ, ਰਾਜਸੀ ਮੁਸ਼ਕਲਾਂ ਆਖੋ, ਜਾਂ ਫਿਰ ਧਨ ਪਦਾਰਥ ਦੀ ਬੌਲਤਾ, ਸਾਡੇ ਜੀਵਨਾਂ ਵਿੱਚ ਕੁਸੰਗ ਅਤੇ ਐਸ਼ੋ ਆਰਾਮ ਪ੍ਰਵੇਸ਼ ਕਰ ਗਏ। ਸਿੱਖੀ ਦੀ ਉੱਚਤਾ ਨੂੰ ਖੋਰਾ ਲੱਗਾ ਤੇ ਗਿਰਾਵਟ ਆਉਣ ਲੱਗੀ। ਉੱਚੇ ਜੀਵਨ ਘਟ ਗਏ ਤੇ ਨਾਲ ਹੀ ਪ੍ਰਚਾਰ ਵੀ ਕਮਜ਼ੋਰ ਪੈ ਗਿਆ। 21ਵੀਂ ਸਦੀ ਵੱਲ ਜਾ ਰਹੇ ਸਿੱਖ ਬੱਚੇ ਬੱਚਿਆਂ ਨੂੰ ਮੁੜ ਇਹ ਅਹਿਸਾਸ ਹੋਵੇ ਕਿ ਸਿੱਖੀ ਆਪਣੀਆਂ ਕਦਰਾਂ ਕੀਮਤਾਂ ਕਾਰਨ ਕਿੰਨੀ ਮਹਾਨ ਅਤੇ ਅਨਮੋਲ ਹੈ। ਸਿੱਖ ਹੋਣ ਦਾ ਫਖਰ ਮਹਿਸੂਸ ਹੋਵੇ ਅਤੇ ਮੂੰਹੋਂ ਨਿਕਲੇ, ਆਈ ਐਮ ਪ੍ਰਾਊਡ ਟੂ ਬੀ ਏ ਸਿੱਖ, ਅਤੇ ਬਾਕੀ ਲੋਕ ਉਸ ਨੂੰ ਸਤਿਕਾਰ ਦੀ ਨਜ਼ਰ ਨਾਲ ਵੇਖਣ। ਸਾਡੀ ਮਨਸ਼ਾ ਇਹੀ ਹੈ। ਗੁਰੂ ਘਰਾਂ ਵਿੱਚ ਅਤਿਅੰਤ ਮਹੱਤਵਪੂਰਨ ਅਤੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀ ਵਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਹ ਬਾਣੀ ਰੋਜ਼ਾਨਾ ਅੰਮ੍ਰਿਤ ਵੇਲੇ ਆਸਾ ਰਾਗ ਵਿੱਚ ਗਾਈ ਜਾਂਦੀ ਹੈ। ਆਓ ਇਸ ਪਵਿੱਤਰ ਬਾਣੀ ਦੇ ਕੀਰਤਨ ਅਤੇ ਮੀਨਿੰਗ ਸਮਝ ਕੇ ਸ਼ਬਦ ਵਿਚਾਰ ਦਾ ਰਸ ਮਾਣੀਏ ਜੀ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਣ ਵਾਲਾ ਯਾਨੀ ਗੁਰ ਪ੍ਰਸਾਦ ਸਮੇਂ ਦੀ ਗ੍ਰਿਫਤ ਤੋਂ ਰਹਿਤ ਹਸਤੀ ਯਾਨੀ ਅਕਾਲ ਮੂਰਤ, ਸਦਾ ਸਥਿਰ ਰਹਿਣ ਵਾਲਾ ਉਹ ਨਾਮ ਜੋ ਨਿਰਭਉ ਹੈ, ਨਿਰਵੈਰ ਹੈ। ਐਸੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਹੀ ਮਨੁੱਖ ਸੱਚ ਦੀ ਦਰਗਾਹ ਵਿੱਚ ਸੱਚ ਦੇ ਸਾਹਮਣੇ ਉਜਲਾ ਮੁਖ ਲੈ ਕੇ ਪੇਸ਼ ਹੋ ਸਕਦਾ ਹੈ। ਇਹ ਸਿਧਾਂਤ ਮੂਲ ਮੰਤਰ ਵਿੱਚ ਹੁਣੇ ਹੀ ਆਪਾਂ ਸਰਵਣ ਕੀਤਾ ਸੀ। ਆਸਾ ਦੀ ਵਾਰ ਵਿੱਚ ਸਤਿਗੁਰੂ ਜੀ ਵੱਲੋਂ ਵਰਣਨ ਕੀਤੇ ਹੋਏ ਇਸ਼ੂਜ਼ ਜੋ ਸਦਾ ਹੀ ਇੰਪੋਰਟੈਂਟ ਹਨ, ਰਹਿੰਦੀ ਦੁਨੀਆ ਤੱਕ ਮਨੁੱਖਤਾ ਦੇ ਰਸਤੇ ਨੂੰ ਰੋਸ਼ਨੀ ਦੇਣਗੇ ਅਤੇ ਅੰਧ ਵਿਸ਼ਵਾਸ, ਐਮਪਟੀ ਰਿਚੁਅਲਸ ਇਤਿਆਦਿਕ ਦੇ ਭਟਕਣਾ ਵਿੱਚੋਂ ਬਾਹਰ ਕੱਢ ਕੇ ਸਮਾਜ ਨੂੰ ਇੱਕ ਸੁੰਦਰ ਸਿਧਾਂਤ, ਜਿਸ ਵਿੱਚ ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਰਜਾ ਦੇਣਾ ਅਤੇ ਨਿਮਰਤਾ, ਪਿਆਰ, ਸੁਹਿਰਦਤਾ ਵਰਗੇ ਗੁਣ, ਇਨ੍ਹਾਂ ਸਿਧਾਂਤਾਂ ਨੂੰ ਸਤਿਗੁਰੂ ਜੀ ਨੇ ਆਸਾ ਦੀ ਵਾਰ ਵਿੱਚ ਸਾਡੇ ਸਾਹਮਣੇ ਰੱਖਿਆ। ਅੱਗੇ 17ਵੀਂ ਪੌੜੀ ਅੰਦਰ, ਜੇ ਮੁਹਾਕਾ ਘਰ ਮੋਹੈ, ਘਰ ਮੋਹਿ ਪਿਤਰੀ ਦੇ, ਐਸੀਆਂ ਪਵਿੱਤਰ ਪੰਕਤੀਆਂ ਰਾਹੀਂ ਅੰਧ ਵਿਸ਼ਵਾਸ ਬਾਰੇ ਗਿਆਨ ਕਰਵਾਉਣਗੇ। ਫਿਰ 18ਵੀਂ ਪੌੜੀ ਅੰਦਰ, ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਹੋਕੇ ਅਤੇ ਅਰਥਹੀਣ ਰਸਮੋ ਰਿਵਾਜ
ਅਤੇ ਹੋਰ ਵਹਿਮ ਭਰਮ ਐਮਟੀ ਰਿਚੁਅਲਸ ਬਾਰੇ ਗਿਆਨ ਦਾ ਪ੍ਰਕਾਸ਼ ਕਰਨਗੇ। 19ਵੀਂ ਪੌੜੀ ਅੰਦਰ ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾਨ ਦੀ ਚੇਤਨਾ। ਅਵੇਅਰਨੈਸ ਪੈਦਾ ਕਰਕੇ ਸਤਿਗੁਰੂ ਜੀ ਇਸ ਸਮਾਜਿਕ ਢਾਂਚੇ ਨੂੰ ਸੁੱਖ ਅਤੇ ਖੁਸ਼ੀਆਂ ਵੰਡਣਗੇ। ਉਪਰੰਤ 20ਵੀਂ ਪੌੜੀ ਅੰਦਰ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦਾ ਸਿਧਾਂਤ ਸਮਝਾਉਣਗੇ। ਇਹ ਨੁਕਤੇ ਸਾਡੇ ਸਾਹਮਣੇ ਸ੍ਰੀ ਆਸਾ ਦੀ ਵਾਰ ਅੰਦਰ ਸਾਨੂੰ ਸੁੰਦਰ ਜੀਵਨ ਜਿਉਣ ਦੀ ਇੱਕ ਜੁਗਤ ਦੱਸਣਗੇ, ਜਿਸ ਦੇ ਨਾਲ ਮਨੁੱਖ ਦਾ ਇਨਰ ਕਰੈਕਟਰ ਉੱਚਾ, ਪਵਿੱਤਰ ਅਤੇ ਸੱਚਾ ਸੁੱਚਾ ਹੋਵੇਗਾ। ਆਓ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਛੰਤ ਸ੍ਰੀ ਆਸਾ ਦੀ ਵਾਰ ਦੇ ਹਰ ਪੌੜੀ ਸ਼ਲੋਕਾਂ ਤੋਂ ਪਹਿਲਾਂ ਗਾਇਆ ਜਾਂਦਾ ਹੈ। ਪਹਿਲਾ ਛੰਤ ਸਰਵਣ ਕਰੀਏ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਚੌਥਾ। ਛੰਤ ਘਰ ਚੌਥਾ। ਹਰ ਅੰਮ੍ਰਿਤ ਪਿੰਨੇ ਲੋਏ ਨਾਮ। ਮਨ ਪ੍ਰੇਮ ਰਤਨਾ ਰਾਮ ਰਾਜੇ ਮਨ। ਰਾਮ ਕਸਵਟੀ ਲਾਇਆ। ਕੰਚਨ ਸੋਵਿਨਾ ਗੁਰਮੁਖ ਰੰਗ ਝਲੂਲਿਆ। ਮੇਰਾ ਮਨ ਤਨ ਬਿਨਾ ਜਨ ਨਾਨਕ ਮੁਸਕ ਚਕੂਲਿਆ। ਸਭ ਜਨਮ ਧਨ ਧਨਾ ਜਨ ਨਾਨਕ ਮੁਸਕ ਚਕੂਲਿਆ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਸਿਧਾਂਤ, ਉਪਦੇਸ਼ ਅਤੇ ਵਿਚਾਰਧਾਰਾ ਟ੍ਰੈਡੀਸ਼ਨਲ ਨਹੀਂ ਸਗੋਂ ਮਾਡਰਨ ਹੈ। ਸ੍ਰੀ ਆਸਾ ਦੀ ਵਾਰ ਵਿੱਚ ਐਸੇ ਸੱਚ ਨੂੰ ਬਹੁਤ ਹੀ ਸੁੰਦਰ, ਸਰਲ ਅਤੇ ਸੁਖੈਨ ਤਰੀਕੇ ਨਾਲ ਪੇਸ਼ ਕੀਤਾ ਗਿਆ, ਜਿਸ ਸੱਚ ਦੇ ਨਾਲ ਜੀਵਨ ਕਰੈਕਟਰ ਉੱਚਾ ਹੋਵੇ ਅਤੇ ਵਰਤੋਂ ਵਿਵਹਾਰ ਖੁਸ਼ੀਆਂ ਭਰਿਆ ਹੋਵੇ, ਜੋ ਸਮੇਂ ਦੀ ਸਦਾ ਹੀ ਮੰਗ ਰਹੀ ਹੈ ਅਤੇ ਸਦਾ ਹੀ ਰਹੇਗੀ। ਇਸ ਪਵਿੱਤਰ ਬਾਣੀ ਅੰਦਰ ਸਤਿਗੁਰੂ ਜੀ ਨੇ ਮਨੁੱਖ ਨੂੰ ਸਮਝਾਇਆ ਹੈ ਕਿ ਐ ਪਿਆਰਿਆ, ਤੇਰੇ ਚਾਰ ਚਫੇਰੇ ਬ੍ਰਿਸ਼, ਬਨਸਪਤੀ, ਪਸ਼ੂ, ਪੰਛੀ, ਨਦੀਆਂ, ਨਾਲੇ, ਪਹਾੜ, ਧਰਤੀ, ਗ੍ਰਹਿ, ਨਛੱਤਰ ਆਦਿ ਸਮੁੱਚੀ ਕੁਦਰਤ ਨੇਚਰ ਤੈਨੂੰ ਖੁਸ਼ੀਆਂ ਦੇਣ ਲਈ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀ ਹੈ। ਪਰ ਮਨੁੱਖ ਨਿੱਜੀ ਲੋਭ ਵਿੱਚ ਨੇਚਰ ਦੇ ਨਾਲ ਖਿਲਵਾੜ, ਛੇੜਖਾਨੀ ਕਰ ਰਿਹਾ ਹੈ। ਸਭ ਕੁਝ ਨੂੰ ਨਿੱਜੀ ਪਦਾਰਥਵਾਦੀ ਲੋਭ ਲਈ ਵਰਤ ਕੇ ਨਿੱਜੀ ਸੋਚ ਦੇ ਨਾਲ ਆਪਣੇ ਲਈ ਅਤੇ ਸਮੁੱਚੀ ਮਨੁੱਖਤਾ ਲਈ ਖਤਰੇ ਖੜੇ ਕਰ ਰਿਹਾ। ਇਸ ਲਈ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਇੱਕ ਬੜਾ ਸੁੰਦਰ ਸਿਧਾਂਤ ਦਿੱਤਾ, ਉਹ ਹੈ ਦਸਵੰਧ। ਸੋਚ ਇਸ ਪਿੱਛੇ ਇਹ ਸੀ ਕਿ ਜੇ ਕੁਝ ਕੁ ਮਨੁੱਖਾਂ ਦੇ ਕੋਲ ਕੁਝ ਧਨ ਇਕੱਤਰ ਹੋ ਗਿਆ, ਪਰ ਮਨੁੱਖ ਧਰਤੀ ਨਾਲ, ਨੇਚਰ ਨਾਲ, ਕੁਦਰਤ ਨਾਲ ਖਿਲਵਾੜ ਕਰਕੇ ਜੇ ਬਹੁਤ ਸਾਰਾ ਧਨ ਜੋੜ ਕੇ ਤੋਂ ਚਲਿਆ ਗਿਆ, ਕੀ ਕਦੀ ਸੋਚਿਆ ਕਿ ਆਉਣ ਵਾਲੀ ਜਨਰੇਸ਼ਨ ਨੂੰ ਕੀ ਛੱਡ ਕੇ ਗਿਆ? ਕਿਸੇ ਅਮਰੀਕਨ ਫਿਲਾਸਫਰ ਦਾ ਵਿਚਾਰ ਹੈ, The destiny of a nation upon a given time depends on its generation between 5 and 20. ਆਉਣ ਵਾਲੀ ਜਨਰੇਸ਼ਨ ਦੇਸ਼, ਕੌਮ ਅਤੇ ਸੰਸਾਰ ਦੀ ਕਿਸਮਤ ਹੈ।
ਸਿੱਖ ਨੇ ਦਸਵੰਧ ਕੱਢ ਕੇ ਅਕਲੀ ਕੀਚੈ ਦਾਨ ਤੇ ਪਹਿਰਾ ਦੇ ਕੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸੰਸਾਰਿਕ ਵਿਦਿਆ ਅਤੇ ਸਪਿਰਿਚੁਅਲਿਟੀ ਦਾ ਗਿਆਨ ਗੁਰਬਾਣੀ ਰਾਹੀਂ ਕਿੰਜ ਵੰਡਣਾ ਹੈ, ਇਸ ਚੇਤਨਾ ਦਾ ਵਾਰਿਸ ਬਣ ਕੇ ਆਪਣੇ ਜ਼ਿੰਦਗੀ ਦੇ ਨਿੱਜੀ ਜੀਵਨ ਤਜਰਬਿਆਂ ਵਿੱਚ ਧਰਮ ਨੂੰ ਅਪਣਾਉਣਾ ਹੈ। ਵਰਤੋਂ ਵਿਵਹਾਰ ਵਿੱਚ ਧਾਰਮਿਕ ਸਿਧਾਂਤਾਂ ਨੂੰ ਵਰਤਦਿਆਂ ਗੁਰਬਾਣੀ ਗਿਆਨ ਨੂੰ ਵਰਤਦਿਆਂ ਆਪਸੀ ਪਿਆਰ ਪੈਦਾ ਕਰਨਾ ਹੈ। ਆਓ ਉਸ ਸਿਧਾਂਤ ਨੂੰ ਜ਼ਿੰਦਗੀ ਵਿੱਚ ਅਪਣਾਉਣ ਲਈ ਸ੍ਰੀ ਆਸਾ ਜੀ ਵਾਰ ਦੇ ਸ਼ਲੋਕ ਸਰਵਣ ਕਰੀਏ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ। ਵਾਰ ਸਲੋਕਾਂ ਨਾਲ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਟੁੰਡੇ ਅਸਰਾ ਜੈ ਕੀ ਧੁਨੀ। ਇਸ ਪਵਿੱਤਰ ਬਾਣੀ ਦਾ ਟਾਈਟਲ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਇਹ ਪ੍ਰਗਟ ਕਰ ਰਿਹਾ ਹੈ ਕਿ ਇਹ ਵਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ ਅਤੇ ਸਤਿਗੁਰੂ ਜੀ ਦੇ ਆਪਣੇ ਸ਼ਲੋਕ ਸਤਿਗੁਰਾਂ ਨੇ ਆਪ ਹੀ ਉਚਾਰਨ ਕੀਤੇ ਸਨ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਦੀ ਸੰਪਾਦਨਾ ਕਰਦਿਆਂ ਇਸ ਵਾਰ ਅੰਦਰ ਕੁਝ ਸ਼ਲੋਕ ਦੂਸਰੇ ਪਾਤਸ਼ਾਹ ਦੇ ਵੀ ਅੰਕਿਤ ਕੀਤੇ ਨੇ। ਇਸ ਟਾਈਟਲ ਦਾ ਦੂਸਰਾ ਹਿੱਸਾ ਬੜਾ ਹੀ ਮਹੱਤਵਪੂਰਨ ਹੈ, ਉਹ ਹੈ ਟੁੰਡੇ ਅਸ ਰਾਜੇ ਕੀ ਧੁਨੀ। ਇੱਕ ਗਾਥਾ ਸੀ ਬੜੀ ਪ੍ਰਸਿੱਧ ਕਿ ਅਸ ਰਾਜ ਨਾਮ ਦਾ ਇੱਕ ਰਾਜੇ ਦਾ ਪੁੱਤਰ, ਜਿਸ ਨੂੰ ਮਤਰੇਈ ਮਾਂ ਨੇ ਇਲਜ਼ਾਮ ਲਾ ਕੇ ਰਾਜੇ ਤੋਂ ਮੌਤ ਦਾ ਹੁਕਮ ਦਿਵਾਇਆ, ਪਰ ਕਹਿੰਦੇ ਨੇ ਕਿ ਜਲਾਦ ਨੇ ਤਰਸ ਖਾ ਕੇ ਉਹਨੂੰ ਮਾਰਨ ਦੀ ਬਜਾਏ ਉਹਦਾ ਹੱਥ ਕੱਟ ਕੇ ਜੰਗਲਾਂ ਵਿੱਚ ਸੁੱਟ ਦਿੱਤਾ। ਹੱਥ ਕੱਟ ਕੇ ਰਾਣੀ ਨੂੰ ਤਸੱਲੀ ਕਰਵਾ ਦਿੱਤੀ ਕਿ ਮਾਰ ਦਿੱਤਾ ਗਿਆ। ਵਾਹਿਗੁਰੂ ਦੀ ਐਸੀ ਬਖਸ਼ਿਸ਼ ਹੋਈ, ਉਸ ਨੂੰ ਜ਼ਿੰਦਗੀ ਦੇ ਵਿੱਚ ਐਸਾ ਸਬਬ ਬਣਿਆ, ਕਿਸੇ ਹੋਰ ਦੇਸ਼ ਦਾ ਰਾਜ ਭਾਗ ਮਿਲ ਗਿਆ। ਉਸਨੇ ਸਮਾਂ ਪਾ ਕੇ ਆਪਣੇ ਪਿਤਾ ਦੇ ਨਾਲ ਜੰਗ ਕੀਤਾ, ਦੁਬਾਰੇ ਆਪਣੇ ਰਾਜ ਭਾਗ ਦਾ ਮਾਲਕ ਬਣਿਆ। ਉਹਨਾਂ ਜ਼ਮਾਨਿਆਂ ਵਿੱਚ ਗ੍ਰੇਟ ਵਾਰੀਅਰਸ ਦੀਆਂ ਵਾਰਾਂ ਗਾਈਆਂ ਜਾਂਦੀਆਂ ਸੀ ਤੇ ਇਹ ਟੁੰਡੇ ਅਸ ਰਾਜੇ ਦੀ ਜੋ ਵਾਰ ਦੀ ਟਿਊਨ ਸੀ ਲੋਕਾਂ ਦੇ ਦਿਲ ਔਰ ਦਿਮਾਗ ਤੇ ਵਸੀ ਹੋਈ ਸੀ। ਸਤਿਗੁਰੂ ਜੀ ਨੇ ਉਹਨਾਂ ਦੇ ਦਿਲ ਤੇ ਵਸੀ ਹੋਈ ਟਿਊਨ ਦਾ ਸਹਾਰਾ ਲੈ ਕੇ ਉਹਨਾਂ ਦਾ ਧਿਆਨ ਖਿੱਚਿਆ ਔਰ ਵਾਹਿਗੁਰੂ ਦੀ ਵਾਰ, ਇਹ ਆਸਾ ਦੀ ਵਾਰ ਉਹਨਾਂ ਦੇ ਹਿਰਦੇ ਤੇ ਸੱਚ ਦੇ ਸਿਧਾਂਤ ਉਕਰਨ ਦੇ ਲਈ ਹੁਕਮ ਕਰ ਦਿੱਤਾ। ਟੁੰਡੇ ਅਸ ਰਾਜੇ ਦੀ ਧੁਨੀ ਤੇ ਗਾਉਣੀ ਹੈ। ਇੰਜ ਕਹਿ ਲੋ ਕਿ ਸਤਿਗੁਰੂ ਜੀ ਨੇ ਉਹ ਟਿਊਨ ਜੋ ਲੋਕਾਂ ਦੇ ਦਿਲ ਔਰ ਦਿਮਾਗ ਤੇ ਵਸੀ ਹੋਈ ਸੀ, ਉਸ ਟਿਊਨ ਦੇ ਵਿੱਚ ਸੱਚ ਦੇ ਸਿਧਾਂਤ ਗਾ ਕੇ, ਸੱਚ ਦੀ ਬਾਣੀ ਗਾ ਕੇ, ਵਾਹਿਗੁਰੂ ਦੀ ਵਾਰ ਗਾ ਕੇ ਉਹਨਾਂ ਨੂੰ ਮਨੁੱਖਤਾ ਦਾ ਸੱਚਾ ਜੀਵਨ ਜੁਗਤ ਦਾ
ਪਵਿੱਤਰ ਜੀਵਨ ਜੁਗਤ ਦਾ ਇੱਕ ਰਾਹ ਦਿਖਾਇਆ। ਆਓ ਉਸ ਜੀਵਨ ਜੁਗਤ ਦੇ ਦਰਸ਼ਨ ਕਰੀਏ। ਸਤਿਗੁਰੂ ਜੀ ਦੇ ਪਹਿਲੇ ਸ਼ਲੋਕ ਨੂੰ ਸਰਵਣ ਕਰਕੇ। ਸ਼ਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਤਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਵਾਰ। ਇਸ ਸ਼ਲੋਕ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਾਹਿਗੁਰੂ ਪਰਮੇਸ਼ਰ ਪ੍ਰਤੀ ਆਪਣੀ ਪਿਆਰ ਭਰੀ ਭਾਵਨਾ ਸਾਡੇ ਸਨਮੁਖ ਰੱਖਦਿਆਂ ਇੱਕ ਸਿਧਾਂਤ ਦੱਸਿਆ ਕਿ ਮਨੁੱਖ ਦੇ ਅੰਦਰ ਸਟਰੋਂਗ ਪੋਸੀਬਿਲਿਟੀ ਹੈ, ਇਹਦਾ ਸੁਭਾਅ ਤਤ ਛਿਨ ਵਿੱਚ ਬਦਲ ਸਕਦਾ ਹੈ। ਪਰ ਜੇ ਸਤਿਗੁਰੂ ਜੀ ਦੇ ਕੋਲ ਜੋ ਮੇਨ ਪਾਵਰ ਹੈ, ਸ਼ਕਤੀ ਹੈ ਕਿ ਗੁਰੂ ਇੱਕ ਛਿਨ ਵਿੱਚ ਮਨੁੱਖ ਦਾ ਸੁਭਾਅ ਬਦਲ ਸਕਦੇ ਹਨ, ਇਹਨਾਂ ਦਾ ਸੁਮੇਲ ਬਣ ਜਾਵੇ, ਮਨੁੱਖ ਤੇ ਗੁਰੂ ਦਾ ਮਿਲਾਪ ਹੋ ਜਾਵੇ। ਸਤਿਗੁਰੂ ਜੀ ਆਪਣੇ ਖਿਆਲ ਇਸ ਸ਼ਲੋਕ ਅੰਦਰ ਦਿੰਦੇ ਨੇ ਕਿ ਮੈਂ ਆਪਣੇ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਇੱਕ ਵਾਰੀ ਨਹੀਂ, ਸੈਂਕੜੇ ਵਾਰੀ ਕੁਰਬਾਨ ਜਾਂਦਾ ਹਾਂ, 100 ਵਾਰੀ ਕੁਰਬਾਨ ਜਾਂਦਾ ਹਾਂ। ਜਿਸ ਗੁਰੂ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਅਤੇ ਦੇਵਤੇ ਬਣਾਉਂਦਿਆਂ ਦੇਰੀ ਵੀ ਨਹੀਂ ਲੱਗੀ। ਕੌਡੇ ਰਾਖਸ਼ ਦਾ ਇਤਿਹਾਸ ਸਾਡੇ ਸਾਹਮਣੇ ਹੈ। ਮਲਕ ਭਾਗੋ ਦੀ ਸਾਖੀ ਸਦਾ ਕਾਇਮ ਰਵੇਗੀ। ਬਲੀ ਕੰਧਾਰੀ ਜੀ ਵਰਗਿਆਂ ਨੂੰ ਜੋ ਵੀ ਸਤਿਗੁਰੂ ਜੀ ਦੇ ਜੀਵਨ ਮਾਰਗ ਦੇ ਵਿੱਚ ਕੋਈ ਉਜਾੜੂ ਬਿਰਤੀ ਦਾ ਮਾਲਕ ਆਇਆ, ਉਸ ਨੂੰ ਸਤਿਗੁਰੂ ਜੀ ਨੇ ਉਸਾਰੂ ਬਿਰਤੀ ਤੇ ਤੋਰ ਦਿੱਤਾ। ਦੁਨੀਆ ਤੇ ਦੋ ਹੀ ਮਨੁੱਖਾਂ ਦਾ ਇਤਿਹਾਸ ਬਣਿਆ, ਜਿਹੜੇ ਜਾਂ ਤੇ ਮੰਦੇ ਕਰਮ ਕਰਦੇ ਸਨ ਜਾਂ ਚੰਗੇ ਕਰਮ ਕਰਦੇ ਸੀ। ਸਤਿਗੁਰਾਂ ਦੇਖਿਆ ਕਿ ਦੋਨਾਂ ਦੇ ਅੰਦਰ ਹੀ ਕੁਝ ਕਰਨ ਦੀ ਬਿਰਤੀ ਹੈ। ਜਿਹਦੀ ਕਰਨ ਦੀ ਬਿਰਤੀ ਉਜਾੜੂ ਰਾਹ ਤੇ ਤੁਰ ਪਈ, ਉਹਦੀ ਕਰਨ ਦੀ ਬਿਰਤੀ ਨੂੰ ਉਸਾਰੂ ਰਾਹ ਤੇ ਤੋਰ ਦਿੱਤਾ। ਜਿਹਦੇ ਅੰਦਰ ਕੁਝ ਕਰਨ ਦੀ ਤੜਫ ਨਹੀਂ, ਕੁਝ ਕਰਨ ਦੀ ਪੀੜਾ ਨਹੀਂ, ਉਹਦਾ ਕਦੀ ਇਤਿਹਾਸ ਬਣਿਆ ਹੀ ਨਹੀਂ। ਜਿਨ੍ਹਾਂ ਦੇ ਅੰਦਰ ਕੁਝ ਕਰਨ ਦੀ ਇੱਛਾ ਹੈ, ਜਦੋਂ ਉਹਨਾਂ ਦਾ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਗੁਰਬਾਣੀ ਦੇ ਨਾਲ ਮਿਲਾਪ ਹੁੰਦਾ ਹੈ, ਗੁਰੂ ਦੈਵੀ ਗੁਣਾਂ ਦੇ ਨਾਲ ਉਸ ਨੂੰ ਮਨੁੱਖ ਤੋਂ ਦੇਵਤਾ ਬਣਾ ਦਿੰਦੇ ਹਨ। ਮਹੱਲਾ ਦੂਜਾ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ। ਇਸ ਸ਼ਲੋਕ ਅੰਦਰ ਅਤਿਅੰਤ ਮਹੱਤਵਪੂਰਨ ਸ਼ਬਦ ਹੈ ਚਾਨਣ, ਪ੍ਰਕਾਸ਼, ਲਾਈਟ, ਰੋਸ਼ਨੀ। ਇੱਕ ਪ੍ਰਕਾਸ਼ ਹੈ ਸੂਰਜ ਦਾ, ਇੱਕ ਪ੍ਰਕਾਸ਼ ਹੈ ਚੰਦਰਮਾ ਦਾ, ਬਾਕੀ ਅਣਗਿਣਤ ਪ੍ਰਕਾਸ਼ ਨੇ ਜਿਹੜੇ ਇਸ ਪ੍ਰਕਾਸ਼ ਦੇ ਸੋਮੇ ਸੂਰਜ ਜਾਂ ਚੰਦਰਮਾ ਦੀਆਂ ਕਿਰਨਾਂ ਜਾਂ ਰਿਸਮਾਂ ਦੇ ਵਿੱਚੋਂ ਮਨੁੱਖ ਨੇ ਅੱਗੇ ਦੀ ਅੱਗੇ ਪੈਦਾ ਕੀਤੇ। ਪਰ ਇਹ ਜਿਤਨੇ ਪ੍ਰਕਾਸ਼ ਨੇ, ਇਹ ਮਨੁੱਖ ਦੀ ਮੱਤ ਵਿੱਚ ਇਹਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦੇ। ਸਤਿਗੁਰੂ ਜੀ ਨੇ ਖਿਆਲ ਦਿੱਤਾ ਕਿ ਜੇ ਸੈਂਕੜੇ ਹੀ ਚੰਦਰਮਾ ਚੜ ਜਾਣ, ਹਜ਼ਾਰਾਂ ਹੀ ਸੂਰਜ ਆਪਣਾ ਪ੍ਰਕਾਸ਼ ਇਸ ਧਰਤੀ ਤੇ ਪਹੁੰਚਾਉਣ, ਪਰ ਇਤਨੇ ਤੇਜ ਪ੍ਰਕਾਸ਼ ਦੇ ਹੁੰਦਿਆਂ ਵੀ ਮਨੁੱਖ ਦੀ ਮੱਤ ਵਿੱਚ ਸਦਾ ਹੀ ਹਨੇਰਾ ਰਹਿੰਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਜੇ ਮਨੁੱਖ ਦੀ ਮੱਤ ਵਿੱਚ ਪਵਿੱਤਰ ਜੀਵਨ ਜੁਗਤ ਦਾ ਪ੍ਰਕਾਸ਼ ਹੋ ਸਕਦਾ ਹੈ, ਕੇਵਲ ਤੇ ਕੇਵਲ ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਹੁਕਮਾਂ ਰਾਹੀਂ,
ਜਿਸ ਨੂੰ ਅਸੀਂ ਗੁਰਮਤਿ ਦਾ ਪ੍ਰਕਾਸ਼ ਕਹਿੰਦੇ ਹਾਂ। ਅੱਗੇ ਆਵੇਗੀ ਪਵਿੱਤਰ ਪੰਕਤੀ, ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨ ਹੋਏ, ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨ ਹੋਏ। ਇਹ ਗਿਆਨ ਕੇਵਲ ਤੇ ਕੇਵਲ ਗੁਰੂ ਤੋਂ, ਗੁਰਬਾਣੀ ਤੋਂ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਪ੍ਰਕਾਸ਼ਮਾਨ। ਜੇ ਮਨੁੱਖ ਨੂੰ ਇਹ ਪ੍ਰਕਾਸ਼ ਮਿਲ ਜਾਵੇ ਤੇ ਮਨੁੱਖ ਦਾ ਜੀਵਨ ਉੱਚ ਆਚਰਣ ਦੇ ਰਸਤੇ ਤੇ, ਪਵਿੱਤਰ ਜੀਵਨ ਦੇ ਰਸਤੇ ਤੇ ਤੁਰ ਸਕਦਾ ਹੈ। ਮਹਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ, ਸੁੰਝੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ, ਕਉ ਨਾਨਕ ਸੋਨਾ, ਫਲੀਏ ਫੁਲੀਏ ਪਪੜੇ, ਵੀ ਤਨ ਵਿੱਚ ਸੋਆ ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ ਤੁਈ ਕੁਦਰਤ ਸਾਜੀਐ, ਤਾਰੇ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੂੰ, ਤੁਸ ਦੇਵੈ करे पसाओ तू जानोई सबसे, ऐसे जिंद पवाओ पर आसन, डिठो जाओ डिठो जाओ डिठो जाओ। ਪਵਿੱਤਰ ਗੁਰਬਾਣੀ ਦੀਆਂ ਸਵਾਂਤੀ ਬੂੰਦਾਂ ਅੰਮ੍ਰਿਤ ਦੀ ਵਰਖਾ ਦਾ ਰਸ ਮਾਣਦਿਆਂ ਅਸੀਂ ਮਹਿਸੂਸ ਕੀਤਾ ਹੈ। ਪਹਿਲੇ 2 ਸ਼ਲੋਕਾਂ ਵਿੱਚ ਜਿੱਥੇ ਗੁਰੂ ਤੋਂ ਕੁਰਬਾਨ ਜਾਣ ਦਾ ਫਰਜ਼ ਮਨੁੱਖ ਨੇ ਨਿਭਾਉਣਾ, ਉੱਥੇ ਗੁਰੂ ਨੇ ਗਿਆਨ ਦਾ ਪ੍ਰਕਾਸ਼ ਵੰਡਣ ਦੀ ਬਖਸ਼ਿਸ਼ ਕਰਨੀ ਹੈ। ਸਾਡੇ ਅੰਦਰ ਇਹ ਚਾਉ ਜਾਗ ਪਵੇ ਕਿ ਅਸੀਂ ਗੁਰਮਤਿ ਰਾਹੀਂ ਗੁਰੂ ਗਿਆਨ ਦਾ ਪ੍ਰਕਾਸ਼ ਲੈਣ ਲਈ ਗੁਰੂ ਤੋਂ ਕੁਰਬਾਨ ਹੋਣ ਤੁਰੀਏ। ਸਾਡੇ ਸੁੱਤੇ ਹੋਏ ਮਨ ਨੂੰ ਜਗਾਇਆ ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਸਰਵਣ ਕੀਤਾ। ਸਤਿਗੁਰੂ ਕਹਿੰਦੇ ਜਿਹੜੇ ਮਨੁੱਖ ਆਪਣੇ ਗੁਰੂ ਦੀ ਯਾਦ ਹਿਰਦੇ ਵਿੱਚ ਨਹੀਂ ਵਸਾਉਂਦੇ, ਆਪਣੇ ਮਨ ਵਿੱਚ ਆਪਣੇ ਆਪ ਨੂੰ ਸਿਆਣਾ ਮੰਨੀ ਬੈਠੇ ਨੇ, ਜਦੋਂ ਵਾਹਿਗੁਰੂ ਦੀ ਨਜ਼ਰ ਇਸ ਦੁਨੀਆ ਤੇ ਪੈਂਦੀ ਹੈ ਫਿਰ ਐਸੇ ਮਨੁੱਖਾਂ ਨੂੰ ਇੰਜ ਛੱਡ ਦਿੰਦੇ ਨੇ ਜਿਵੇਂ ਕਿਰਸਾਨ ਆਪਣੇ ਖੇਤ ਵਿੱਚ ਤਿਲ ਦੇ ਬੁਆੜ ਦੇ ਬੂਟਿਆਂ ਨੂੰ ਛੱਡ ਦਿੰਦਾ, ਕਿਉਂਕਿ ਉਹ ਤਿਲ ਦੇ ਬੂਟੇ ਭਾਵੇਂ ਫਲਦੇ ਵੀ ਹਨ, ਫੁੱਲ ਵੀ ਲੱਗਦੇ ਨੇ, ਵੱਧਦੇ ਵੀ ਹਨ, ਪਰ ਉਹਨਾਂ ਦੇ ਅੰਦਰ ਸਵਾਹ ਹੁੰਦੀ ਹੈ, ਉਹਨਾਂ ਦੇ ਅੰਦਰ ਕੇਵਲ ਮਿੱਟੀ ਹੁੰਦੀ ਹੈ। ਐਸਾ ਹਾਲ ਨਿਗੁਰੇ ਮਨੁੱਖ ਦਾ ਹੈ। ਭਾਵੇਂ ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਦੀ ਯਾਦ ਨਹੀਂ, ਜਿਸ ਮਨੁੱਖ ਦੇ ਅੰਦਰ ਰੱਬ ਦਾ ਡਰ ਨਹੀਂ, ਆਪਣੇ ਇਸ਼ਟ ਗੁਰੂ ਦੀ ਯਾਦ ਹਿਰਦੇ ਵਿੱਚ ਵਸੀ ਨਹੀਂ, ਭਾਵੇਂ ਉਹ ਧਨ ਕਰਕੇ ਪਦਾਰਥਾਂ ਕਰਕੇ ਵੱਧਦਾ ਫੁੱਲਦਾ ਵੀ ਹੋਵੇ, ਪਰ ਉਹਦੇ ਅੰਦਰ ਔਗਣਾ ਰੂਪੀ ਜੇ ਸਵਾਹ ਪਈ ਹੈ, ਗੁਰੂ ਗਿਆਨ ਦਾ ਪ੍ਰਕਾਸ਼ ਨਹੀਂ, ਤੇ ਫਿਰ ਉਹ ਵਾਹਿਗੁਰੂ ਦੀ ਨਜ਼ਰ ਵਿੱਚ ਨਹੀਂ ਆ ਸਕਦਾ। ਸ੍ਰੀ ਜਪਜੀ ਸਾਹਿਬ ਜੀ ਦਾ ਫੈਸਲਾ ਹੈ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਫਿਰ ਇਸ ਪੌੜੀ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਧਿਆਨ ਉਸ ਵਾਹਿਗੁਰੂ ਪਰਮੇਸ਼ਰ ਵੱਲ ਤੇ ਉਸ ਦੇ ਸਿਸਟਮ ਵੱਲ, ਉਹਦੀ ਬਣਾਈ ਹੋਈ ਕੁਦਰਤ ਵੱਲ ਸਾਡਾ ਧਿਆਨ ਦਿਵਾਉਂਦੇ ਨੇ ਕਿ ਉਸ ਵਾਹਿਗੁਰੂ ਨੇ ਜੋ ਨਿਰਗੁਣ ਹੈ, ਨਿਰਾਕਾਰ ਹੈ, ਆਪਣੇ ਆਪ ਨੂੰ ਸਰਗੁਣ ਰੂਪ ਵਿੱਚ ਉਸਨੇ ਪਹਿਲਾਂ ਪੈਦਾ ਕੀਤਾ, ਆਪ ਹੀ ਆਪਣੇ ਨਾਮ ਦੀ ਰਚਨਾ ਕੀਤੀ, ਫਿਰ ਉਸਨੇ ਇਹ ਕੁਦਰਤ ਸਾਜ ਦਿੱਤੀ। ਇਸ ਕੁਦਰਤ ਦੇ ਰੋਮ ਰੋਮ ਵਿੱਚ
ਜ਼ਰੇ ਜ਼ਰੇ ਵਿੱਚ ਆਸਣ ਲਾ ਕੇ ਵਾਹਿਗੁਰੂ ਪਰਮੇਸ਼ਰ ਆਪ ਬੈਠ ਗਏ। ਹੈ ਕੋਈ ਐਸੀ ਜਗ੍ਹਾ ਜਿੱਥੇ ਉਹਦੀ ਸ਼ਕਤੀ ਨਹੀਂ। ਪਵਿੱਤਰ ਪੰਕਤੀ ਹੈ, ਚਾਤੁਰ ਦਿਸਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਹਰ ਥਾਂ ਤੇ ਉਹ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਹੈ। ਵਾਹਿਗੁਰੂ ਪਰਮੇਸ਼ਰ ਮੌਜੂਦ ਹੈ। ਉਹ ਆਪਣੀ ਬਣਾਈ ਹੋਈ ਕੁਦਰਤ ਨੂੰ ਦੇਖ ਰਿਹਾ ਹੈ ਅਤੇ ਦੇਖ ਦੇਖ ਕੇ ਖੁਸ਼ ਹੋ ਰਿਹਾ ਹੈ। ਫਿਰ ਪੌੜੀ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਅਰਦਾਸ ਵਜੋਂ ਕਹਿੰਦੇ ਹਨ ਕਿ ਹੇ ਨਿਰਗੁਣ, ਹੇ ਸਰਗੁਣ ਸਰੂਪ ਮਾਲਕ ਜੀਓ, ਤੂੰ ਆਪਣੀ ਰਚਨਾ ਦਾ ਆਪ ਕਰਤਾ ਹੈ, ਆਪ ਹੀ ਦਾਤਾ ਹੈ। ਦਾਤਾ ਬਣ ਕੇ ਅਣਗਿਣਤ ਪਦਾਰਥ ਤੇ ਦਾਤਾਂ ਦੇਈ ਜਾ ਰਿਹਾ ਹੈ। ਦੇਖਿਆ ਜਾਵੇ ਜਿਤਨੇ ਜੀਵ ਪੈਦਾ ਕੀਤੇ ਉਹਨਾਂ ਦਾ ਰਿਜ਼ਕ ਉਸ ਹੁਕਮੀ ਦੇ ਹੁਕਮ ਅੰਦਰ ਆਪਣੇ ਆਪ ਪਹੁੰਚ ਰਿਹਾ ਹੈ। ਜਦੋਂ ਮਨੁੱਖ ਆਪਣੇ ਮੁਖ ਵਿੱਚ ਪ੍ਰਸ਼ਾਦਾ ਛਕਣ ਲੱਗਿਆ, ਰੋਟੀ ਖਾਣ ਲੱਗਿਆ, ਪਹਿਲੀ ਬੁਰਕੀ ਪਾਉਂਦਾ ਹੈ। ਕੀ ਕਦੀ ਸੋਚਿਆ ਜੇ ਕਿ ਇਹ ਬੁਰਕੀ ਤੇਰੇ ਤੱਕ ਪਹੁੰਚਣ ਤੋਂ ਪਹਿਲਾਂ ਰੱਬ ਦੀਆਂ ਸ਼ਕਤੀਆਂ ਵਰਤੀਆਂ ਨੇ? ਜਦੋਂ ਕਿਸੇ ਕਿਸਾਨ ਨੇ ਬੀਜ ਬੀਜਿਆ ਹੋਵੇਗਾ, ਉਹਦੀ ਮੱਤ ਵਿੱਚ ਕੋਈ ਖਿਆਲ ਆਇਆ ਹੋਵੇਗਾ ਬੀਜ ਬੀਜਣ ਦਾ, ਉਹਦੇ ਕਾਰਨ ਉਹਦੀ ਰੋਜ਼ੀ ਰੋਟੀ ਵੀ ਹੋ ਸਕਦੀ ਹੈ, ਉਹਦਾ ਸ਼ੌਂਕ ਵੀ ਹੋ ਸਕਦਾ ਹੈ। ਫਿਰ ਉਹ ਬੀਜ ਧਰਤੀ ਵਿੱਚ ਬੀਜਿਆ ਗਿਆ, ਪਾਣੀ ਉਸ ਬੀਜ ਨੂੰ ਮਿਲਿਆ, ਖੁਰਾਕ ਮਿਲੀ, ਉੱਥੇ ਵੀ ਸ਼ਕਤੀਆਂ ਵਰਤੀਆਂ, ਉਹ ਬੀਜ ਬੂਟਾ ਬਣਿਆ। ਉਹਦੇ ਉੱਪਰ ਸੂਰਜ ਦੀਆਂ ਕਿਰਨਾਂ, ਚੰਦਰਮਾ ਦੀਆਂ ਰੇਸ਼ਮਾਂ, ਹਵਾ ਦਾ ਉਸ ਨਾਲ ਸਪਰਸ਼ ਕਰਨਾ, ਇਹ ਵਾਹਿਗੁਰੂ ਦੀਆਂ ਅਣਗਿਣਤ ਸ਼ਕਤੀਆਂ ਵਾਪਰਨ ਤੋਂ ਬਾਅਦ ਤੇਰੇ ਕੋਲ ਇਹ ਆਈ ਹੋਈ ਬੁਰਕੀ, ਤੂੰ ਇਸ ਨੂੰ ਛਕਣ ਲੱਗਿਆ ਹੋ ਸਕਦਾ ਪਿਆਰਿਆ ਭੁੱਲ ਗਿਆ ਹੋਵੇਂ ਉਹਦੀਆਂ ਅਣਗਿਣਤ ਸ਼ਕਤੀਆਂ, ਉਹਦਾ ਸਿਸਟਮ ਜਿਸ ਬਾਰੇ ਜਪਜੀ ਸਾਹਿਬ ਦਾ ਫੈਸਲਾ ਹੈ, ਹੁਕਮ ਨਾ ਕਹਿਆ ਜਾਏ, ਉਹ ਵਰਣਨ ਨਹੀਂ ਕੀਤਾ ਜਾ ਸਕਦਾ। ਇਹ ਲੋੜੀਂਦੇ ਸਾਮਾਨ, ਕੁਦਰਤ ਦੇ ਪਦਾਰਥ ਵਾਹਿਗੁਰੂ ਪ੍ਰਸੰਨ ਹੋ ਕੇ ਆਪ ਦੇ ਜਾ ਰਿਹਾ ਹੈ। ਉਸ ਨੇ ਆਪ ਇਹ ਕੁਦਰਤ ਰਚੀ ਹੋਈ ਹੈ। ਇਸ ਦੇ ਉੱਪਰ ਤਰੁੱਠ ਜਾਣਾ, ਪ੍ਰਸੰਨ ਹੋਣਾ, ਮਿਹਰ ਕਰਨੀ, ਇਹ ਵੀ ਵਾਹਿਗੁਰੂ ਜੀ ਤੇਰਾ ਹੀ ਕੰਮ ਹੈ। ਜਿਵੇਂ ਮਾਤਾ ਆਪਣੇ ਬੱਚੇ ਨੂੰ ਪਾਲਦੀ ਹੈ, ਇਸੇ ਪ੍ਰਕਾਰ ਵਾਹਿਗੁਰੂ ਜੀ ਤੁਸੀਂ ਆਪਣੀ ਸ੍ਰਿਸ਼ਟੀ ਨੂੰ ਚਲਾ ਰਹੇ ਹੋ। ਤੁਸੀਂ ਸਭ ਕੁਝ ਦੇ ਜਾਣਨਹਾਰ ਹੋ। ਆਪ ਹੀ ਇਸ ਸਰੀਰ ਨੂੰ ਜਿੰਦ ਦਿੰਦੇ ਹੋ, ਇਸ ਅੰਦਰ ਜਾਨ ਪਾ ਦਿੰਦੇ ਹੋ, ਫਿਰ ਇਸ ਅੰਦਰੋਂ ਜਾਨ ਕੱਢ ਲੈਂਦੇ ਹੋ, ਸਵਾਸ ਵਾਪਸ ਲੈ ਲੈਂਦੇ ਹੋ। ਇਹ ਸਭ ਕੁਝ ਸਿਸਟਮ ਵਾਹਿਗੁਰੂ ਪਰਮੇਸ਼ਰ ਨਿਰਾਲਮ ਨਿਰਲੇਪ ਬਣ ਕੇ ਬੈਠਾ ਹੋਇਆ ਵੇਖ ਰਿਹਾ ਤੇ ਆਪਣੀ ਪੈਦਾ ਕੀਤੀ ਹੋਈ ਕੁਦਰਤ ਨੂੰ ਆਪ ਚਲਾ ਰਿਹਾ ਤੇ ਆਪ ਚਲਾ ਕੇ ਪ੍ਰਸੰਨ ਹੋ ਰਿਹਾ। ਇਸ ਪਹਿਲੀ ਪੌੜੀ ਅੰਦਰ, ਪਹਿਲੇ ਸ਼ਲੋਕ ਅੰਦਰ ਹੀ ਸਾਨੂੰ ਸੰਸਾਰਕ ਖਿਆਲਾਂ ਵਿੱਚੋਂ, ਸੰਸਾਰੀ ਸੋਚ ਵਿੱਚੋਂ ਗੁਰੂ ਵੱਲ, ਵਾਹਿਗੁਰੂ ਦੇ ਨਾਮ ਵੱਲ, ਵਾਹਿਗੁਰੂ ਦੇ ਹੁਕਮ ਵੱਲ ਧਿਆਨ ਦਿਵਾਇਆ। ਜਦੋਂ ਅਸੀਂ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ, ਸਾਡੇ ਧਿਆਨ ਨੂੰ ਇੱਕ ਐਸੀ ਖੁਰਾਕ ਮਿਲਦੀ ਹੈ, ਸਾਡੇ ਧਿਆਨ ਨੂੰ ਇਕਾਗਰਤਾ ਮਿਲਦੀ ਹੈ। ਕੀਰਤਨ ਦੇ ਰਾਹੀਂ ਗੁਰਬਾਣੀ ਦੀਆਂ ਪੰਕਤੀਆਂ ਯਾਦ ਆਉਂਦੀਆਂ ਨੇ, ਗੁਰਬਾਣੀ ਦੇ ਸ਼ਬਦ ਯਾਦ ਆਉਂਦੇ ਨੇ। ਤੇ ਜਦੋਂ ਅਸੀਂ ਗੁਰਬਾਣੀ ਦੇ ਸੁਣੇ ਹੋਏ ਸ਼ਬਦ, ਸੁਣਿਆ ਹੋਇਆ ਕੀਰਤਨ, ਉਸ ਵਿੱਚੋਂ ਗੁਰੂ ਦੀ ਰਹਿਮਤ ਪ੍ਰਾਪਤ ਕਰਨ ਦੇ ਲਈ, ਮੀਨਿੰਗਸ ਜਾਣਨ ਵਾਸਤੇ, ਅਰਥ ਜਾਣਨ ਵਾਸਤੇ ਸ਼ਬਦ ਵਿਚਾਰ ਨਾਲ ਜੁੜਦੇ ਹਾਂ ਤੇ ਸਾਨੂੰ ਇੱਕ ਜੀਵਨ ਜੁਗਤ ਦਾ ਰਸਤਾ ਦਿਖਾਈ ਦਿੰਦਾ ਹੈ। ਇਹ ਸੁੰਦਰ ਉਪਰਾਲਾ ਆਪ ਜੀ ਤੱਕ 24 ਪੌੜੀਆਂ ਸ੍ਰੀ ਆਸਾ ਜੀ ਦੀ ਵਾਰ ਦੀਆਂ, ਇਹਨਾਂ ਪੌੜੀਆਂ ਦੇ ਨਾਲ ਗਾਇਨ ਕੀਤੇ ਜਾਣ ਵਾਲੇ ਸ਼ਲੋਕ ਤੇ ਛੰਦ, ਇਹਨਾਂ ਦਾ ਕੀਰਤਨ ਅਤੇ ਸ਼ਬਦ ਵਿਚਾਰ ਆਪ ਜੀ ਤੱਕ ਇਹ ਨਿਰੰਤਰ ਜੋ ਪਹੁੰਚ ਰਹੀ ਹੈ। 24ਵੀਂ ਪੌੜੀ ਤੱਕ ਪਹੁੰਚ ਕੇ ਮਹਿਸੂਸ ਹੋਵੇਗਾ ਕਿ ਜੋ ਰਸ ਸ਼ਬਦ ਵਿਚਾਰ ਤੇ ਕੀਰਤਨ ਵਿੱਚ ਹੈ, ਸਭ ਤੇ ਉੱਤਮ ਸ਼ਬਦ ਵਿਚਾਰ ਗੁਰੂ ਦਾ ਫੈਸਲਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰੂ ਦਾ ਇਸ਼ਾਰਾ ਹੈ। ਕਥਾ ਕੀਰਤਨ ਹਰ ਅਤ ਕਣਾ, ਸੂਖ ਸਹਿਜ ਵਿਸ਼ਰਾਮ। ਸਤਿਗੁਰੂ ਕਿਰਪਾ ਕਰਨ।
ਸਰਬੱਤ ਦੇ ਹਿਰਦੇ ਤੇ ਨਿਵਾਸ ਹੋਵੇ ਜੀ। ਫਤਿਹ ਗਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਬੀਬੀ ਮਾਨ ਕੌਰ ਜੀ ਮੁਲਤਾਨੀ। ਉਹਨਾਂ ਵੱਲੋਂ ਇਹ ਪ੍ਰੋਗਰਾਮ ਆਪਣੇ ਸਵਰਗਵਾਸੀ ਮਾਤਾ ਬੀਬੀ ਸੰਤ ਕੌਰ ਜੀ ਅਤੇ ਪਿਤਾ ਸਰਦਾਰ ਉੱਤਮ ਸਿੰਘ ਜੀ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਸਾਡੇ ਸੁਣਨ ਵਾਲਿਆਂ ਦੀ ਪਾਰਟਿਸਿਪੇਸ਼ਨ ਦਾ ਸਵਾਗਤ ਹੈ। ਸਿੱਖ ਵੈਲਿਊਜ਼ ਨੂੰ ਉਜਾਗਰ ਕਰਨ ਵਾਲੇ ਪ੍ਰੋਗਰਾਮ ਅਸੀਂ ਲਗਾਤਾਰ ਬਣਾਵਾਂਗੇ, ਜਿਵੇਂ ਕਿ ਇੰਟਰਵਿਊਜ਼ ਵਿਦ ਪ੍ਰੋਮੀਨੈਂਟ ਸਿੱਖ ਪਰਸਨੈਲਿਟੀਜ਼, ਟਾਕਸ ਐਂਡ ਡਿਸਕਸ਼ਨਸ, ਰਾਗਾਂ ਤੇ ਆਧਾਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ। ਟੈਲੈਂਟਡ ਸਿੱਖਸ ਇਨ ਆਲ ਫੀਲਡਸ ਆਫ ਲਾਈਫ ਵਿਲ ਬੀ ਪ੍ਰੋਜੈਕਟਡ। ਇਸ ਪ੍ਰਯੋਜਨ ਵਿੱਚ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਹੈ ਤੇ ਨਾ ਹੀ ਕੋਈ ਦਿਖਾਵਾ। ਆਪਣੀ ਕੌਮ ਸਿੱਖ ਪੰਥ ਦੀ ਸੇਵਾ ਹਿੱਤ ਇਹ ਨਿੱਕਾ ਜਿਹਾ ਫਰਜ਼ ਅਦਾ ਕਰਨ ਦਾ ਇੱਕ ਤਰਲਾ ਹੈ।